सतनाम वाहिगुरु साहिब जी। तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी। धन वाहिगुरु साहिब जी। जीहो मैले बारहों निर्मल, बारहों निर्मल, जीहो ता मैले, तिनी जन्म जुए हारिया। एह तिसना वड्डा रोग लगा, मरण मनहों विसारिया। वेदा में नाम उत्तम, सो सुने नाही, फिर है ज्यों बेतालिया। कहे नानक जिन सच तजया, कूड़े लागे, तिनी जन्म जुए हारिया। कहे नानक जिन सच तजया, कूड़े लागे, तिनी जन्म जुए हारिया। वाहिगुरु जी का खालसा, वाहिगुरु जी की फतेह। गुरु प्यारी साध संगत जी, आप जी अति वडभागे हो जो सतगुरु जी दे पावन सजे हुए दरबार विच सुभाईमान हो के सतगुरु जी दियां असीसां बख्शिशां दे पात्र बन रहे हो। लड़ीवार चल रही पावन बाणी दी विचार सतगुरु जी की कृपा नाल आप जी सरवण कर रहे हो। हुणे आप जी ने आनंद साहिब की 19वीं पौड़ी का मूल पाठ सतगुरां की कृपा नाल सरवण कीता है। आओ सतगुरां की कृपा सदका इस पौड़ी की विचार दे नाल जुड़ना करिए। जिस तरह कल दे पौड़ी दे विच सतगुर ने बख्शिश कीता सी, मनुख दे अंदर मैल कदों इकट्ठी हुंदी है, कहंदे हन सहसे जियो मलीन। जिस वेले इहदे अंदर भरम है, इहदे अंदर शंका है, परमात्मा के प्रति भी शंका लैके बैठा है, अंदर मैल हो गई, सहसे जियो मलीन है। आज सतगुरु महाराज कहते फिर मनुख ने सोचिया कि अंदर तो मैल है, पर बाहरों कुछ यतन कर लईए भी लोकी चंगा कहन लग जाए। वैसे काफ़ी तादाद तक असी उही कर्म करते हैं, मेरे समेत मैं गल कर रहा कि जो सानू बाहरी तौर पर लोकी देख के सानू धार्मिक समझण, गुरमुख समझण, पर सतगुरु जी इस गल नू रद्द करते हैं, क्योंकि सानू घड़ना चाहते हैं, सानू अंदरों बाहरों एक बनाना चाहते हैं। क्योंकि गुरु साडे ते तरस कर रहा है, बख्शिश कर रहा है कि मेरे सिख का जीवन इदां दा ना होवे कि अंदरों मैल दे नाल भरिया ते बाहरों सिर्फ पहरावा ही धारण किया है। क्योंकि सतगुरु नू मैल प्रवान नहीं है। जो फिर असी जो भी करते हैं मैल दे अधीन आके, सब कहते मन मैले सब किस मैला, तन धोते मन अच्छा ना होए। उन्हों मैला प्रवान ही नहीं है। दो चीज़ां हैं, एक हुंदा करदार ते एक हुंदा शिंगार।
ਸ਼ਿੰਗਾਰ ਕਰਨਾ ਹੋਵੇ ਨਾ ਤਾਂ ਬਾਜ਼ਾਰੋਂ ਮਿਲ ਜਾਂਦਾ ਸਾਰਾ ਕੁਝ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਭਾਵੇਂ ਕਿਸੇ ਤਰ੍ਹਾਂ ਦਾ ਸ਼ਿੰਗਾਰ ਕਰਨਾ ਹੈ, ਪਰ ਕਿਰਦਾਰ ਕਮਾਉਣਾ ਪੈਂਦਾ ਹੈ। ਸ਼ਿੰਗਾਰ ਤਾਂ ਖਰੀਦ ਲਾਂਗੇ, ਕੱਪੜੇ ਵੀ ਪਾ ਲਾਂਗੇ, ਧਾਰਮਿਕ ਤਰ੍ਹਾਂ ਦੇ ਵੇਸ਼ ਵੀ ਧਾਰਨ ਕਰ ਲਾਂਗੇ, ਪਰ ਕਿਰਦਾਰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਜੀਵਨ ਲੱਗ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਵਿੱਚ 16ਵੀਂ ਪੌੜੀ ਦੇ ਨਾਲ 2 ਸ਼ਲੋਕ ਹਨ, ਉਹਨਾਂ ਦੀ ਗੱਲ ਕੀਤੀ ਕਿ ਜਿਹੜੇ ਬਾਹਰੋਂ ਕੁਝ ਹੋਰ ਸਨ ਤੇ ਅੰਦਰੋਂ ਕੁਝ ਹੋਰ ਸਨ, ਜੀਓ ਮੈਲੇ ਬਾਹਰੋਂ ਨਿਰਮਲ। ਸਭ ਕਹਿੰਦੇ ਕੀ ਕਰਦੇ ਸਨ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਏ। ਹੁਣ ਨੌਕਰੀ ਉਹਨਾਂ ਦੀ ਕਰਦਾ ਹੈ ਜਿਨ੍ਹਾਂ ਨੂੰ ਮਲੇਸ਼ ਕਹਿੰਦਾ ਹੈ, ਤੇ ਉੱਥੇ ਹੁਣ ਨਾਕੇ ਤੇ ਬਹਿ ਕੇ ਗਾਂ ਨੂੰ ਵੀ ਟੈਕਸ ਲੱਗ ਰਿਹਾ ਤੇ ਬ੍ਰਾਹਮਣ ਨੂੰ ਵੀ ਲਾ ਰਿਹਾ, ਔਰ ਗਾਂ ਦਾ ਗੋਬਰ ਚੁੱਕ ਕੇ, ਗਾਂ ਦਾ ਗੋਹਾ ਚੁੱਕ ਕੇ ਘਰ ਲਿਆਉਂਦਾ ਕਿ ਚੌਂਕਾ ਪਵਿੱਤਰ ਹੋ ਜਾਏਗਾ। ਕਹਿੰਦੇ ਗੋਬਰ ਤਰ ਨਾ ਜਾਏ, ਧੋਤੀ ਟਿੱਕਾ ਤਹਿ ਜਪ ਮਾਲੀ ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾ, ਅੰਦਰ ਵੜ ਕੇ ਨਾ ਘੰਟੀਆਂ ਵੀ ਵਜਾ ਲੈਂਦਾ ਹੈ, ਉਹਨਾਂ ਨੂੰ ਦਿਖਾਉਣ ਵਾਸਤੇ ਕਤੇਬ ਵੀ ਪੜ੍ਹ ਲੈਂਦਾ। ਅੰਤਰ ਪੂਜਾ ਪੜ੍ਹੇ ਕਤੇਬਾ ਸੰਜਮ ਤੁਰਕਾ ਭਾਈ, ਉਹਨਾਂ ਦੀ ਮਰਜ਼ਾਦਾ ਵੀ ਕਮਾ ਲੈਂਦਾ ਹੈ। ਸਭ ਕਹਿੰਦੇ ਛੋਡੀ ਲੈ ਪਖੰਡਾ ਨਾਮ ਲਿਆ ਜਾਹੇ ਤਰ੍ਹਾਂ ਦਾ, ਕਹਿੰਦੇ ਪਖੰਡ ਛੱਡ ਦੇ, ਇਹ ਬਾਹਰੀ ਦਿਖਾਵੇ ਛੱਡ ਦੇ। ਫਿਰ ਸਤਿਗੁਰੂ ਨੇ ਦੂਸਰੇ ਨੂੰ ਵੀ ਕਿਹਾ, ਕਹਿੰਦੇ ਮਾਨਸ ਖਾਣੇ ਕਰਹਿ ਨਿਵਾਜ, ਜਿਹੜੇ ਬੰਦਿਆਂ ਨੂੰ ਖਾ ਜਾ, ਬੰਦੇ ਖਾਣੇ ਨਹੀਂ ਮਤਲਬ ਹੁੰਦਾ ਕਿ ਉਹਨਾਂ ਦਾ ਸ਼ੋਸ਼ਣ ਕਰਨਾ, ਉਹਨਾਂ ਲੋਕਾਂ ਨੂੰ, ਉਹਨਾਂ ਦੇ ਉੱਪਰ ਆਪਣਾ ਹੱਕ ਜਮਾ ਲੈਣਾ, ਉਹਨਾਂ ਨੂੰ ਗਰੀਬ ਮਾਰ ਕਰਨੀ, ਤੇ ਫਿਰ ਬਾਹਰ ਆ ਕੇ ਨਵਾਜ਼ ਪੜ੍ਹ ਲੈਣੀ, ਤੇ ਕਹਿੰਦੇ ਫਿਰ ਇਸ ਤਰ੍ਹਾਂ ਅੱਲਾ ਖੁਸ਼ ਨਹੀਂ ਹੁੰਦਾ। ਮਾਨਸ ਖਾਣੇ ਕਰਹਿ ਨਿਵਾਜ ਛੁਰੀ ਵਿਗਾਇਨ, 3 ਗਲ ਤਾਗ, ਤੇ ਜਿਹੜੇ ਲੋਕਾਂ ਦੇ ਉੱਪਰ ਛੁਰੀ ਚਲਾਉਂਦੇ ਆ, ਜ਼ੁਲਮ ਕਰਦੇ ਆ, ਉਹਨਾਂ ਨੇ ਗਲੇ ਦੇ ਵਿੱਚ ਜਨੇਊ ਪਾਏ ਆ। ਇਹ ਇਸ਼ਾਰਾ ਸਾਨੂੰ ਵੀ ਹੈ। ਛੁਰੀ ਵਿਗਾਇਨ 3 ਗਲ ਤਾਗ, 3 ਘਰ ਬ੍ਰਾਹਮਣ ਪੂਰੇ ਨਾਦ। ਫਿਰ ਬ੍ਰਾਹਮਣ ਉਹਦੇ ਘਰ ਜਾਂਦਾ, ਫਿਰ ਉਹਨੂੰ ਵੀ ਉਹੀ ਸਵਾਦ ਆ ਗਿਆ ਨਾ, ਜਿਹੜਾ ਲੁੱਟ ਖੋਹ ਕਰਕੇ, ਧੋਖੇ ਕਰਕੇ, ਫਰੇਬ ਕਰਕੇ ਪੈਸਾ ਕਮਾਇਆ ਸੀ, ਬ੍ਰਾਹਮਣ ਨੂੰ ਵੀ ਉਹਦਾ ਸਵਾਦ ਆ ਗਿਆ। 3 ਘਰ ਬ੍ਰਾਹਮਣ ਪੂਰਾ ਹੈ ਨਾਦ, ਉਣਾ ਵਿਆਵੇ ਉਹੀ ਸਾਧ। ਸਭ ਕਹਿੰਦੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰ ਪੂਰ। ਕਹਿੰਦੇ ਹਰੇਕ ਪਾਸੇ ਹੀ ਕੂੜ ਹੈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਹੁਣ ਕਿੱਦਾਂ ਨਿਰਮਲ ਬਣ ਰਿਹਾ, ਮੱਥੇ ਟਿੱਕਾ ਤੇੜ ਧੋਤੀ ਕਖਾਈ। ਕਖਾਈ ਕਹਿੰਦੇ ਹਨ ਗੇਰੂਏ ਰੰਗ ਦੀ ਧੋਤੀ ਬਣੀ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪ੍ਰਾਣ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਵੀ ਆਪਣੇ ਆਪ ਨੂੰ ਫਿਰ ਪਵਿੱਤਰ ਸਮਝਦਾ, ਦੇ ਕੇ ਚੌਂਕਾ ਕੱਢੀ ਘਰ, ਉੱਪਰ ਆਏ ਬੈਠੇ ਕੁੜਿਆਰ। ਮਤ ਭਿੱਟੇ ਬੇਮਤ ਭਿੱਟੇ, ਇਹ ਅੰਨ ਸਾਡਾ ਫਿੱਟੇ ਤਨ ਫਿੱਟੇ। ਫੇੜ ਕਰੇਣ ਮਨ ਜੂਠੇ ਚੁਲੀ ਭਰੇਣ, ਮਨ ਦੇ ਜੂਠੇ ਆ ਚੂਲੀਆਂ ਕਰਦੇ। ਕਹਿੰਦੇ ਜੀ ਪਾਠ ਕਰਨ ਲੱਗੇ ਹਾਂ ਚੂਲੀਆਂ ਕਰ ਲਈਏ, ਅੰਦਰ ਤਾਂ ਮੈਲ ਭਰੀ ਪਈ ਹੈ। ਮਨ ਜੂਠੇ ਚੁਲੀ ਭਰੇਣ, ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਇਹਦਾ ਅਸੀਂ ਵਿਸ਼ਰਾਮ ਹੀ ਗਲਤ ਦਿੰਦੇ ਆ। ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈ, ਵੀ ਸੁੱਚ ਪਵਿੱਤਰ ਹੋ ਜਾ ਰੱਬ ਮਿਲੇਗਾ। ਨਹੀਂ, ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ। ਸੁੱਚ ਤਾਂ ਹੋਣੀ ਹੈ ਸੱਚ ਪਾਈਏ। ਜੇ ਅਸੀਂ ਰੱਬ ਨੂੰ ਪ੍ਰਾਪਤ ਕਰ ਲਿਆ ਤਾਂ ਅੰਦਰ ਪਵਿੱਤਰਤਾ ਹੋਏਗੀ। ਇਹ ਨਹੀਂ ਕਿ ਪਵਿੱਤਰ ਹੋ ਕੇ ਰੱਬ ਮਿਲੇਗਾ। ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ, ਜਦੋਂ ਸੱਚ ਦੀ ਪ੍ਰਾਪਤੀ ਹੋਵੇ। ਸਾਹਿਬ ਮਹਾਰਾਜ ਕਹਿੰਦੇ ਕਿਰਦਾਰ ਕਮਾਉਣਾ ਪੈਂਦਾ, ਸ਼ਿੰਗਾਰ ਤਾਂ ਬਾਹਰੀ ਤੌਰ ਤੇ ਹੋ ਜਾਂਦਾ ਹੈ।
ਤੇ ਅੱਜ ਗੁਰੂ ਸਾਹਿਬ ਮਹਾਰਾਜ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ, ਕਹਿੰਦੇ ਜੀਓ ਮੈਲੇ ਬਾਹਰੋਂ ਬੜਾ ਕੁਛ ਕਰਦਾ, ਸਰੀਰ ਨੂੰ ਤਾਂ ਮਾਂਜਦਾ ਫਿਰਦਾ ਹੈ। ਆ ਭਾਂਡਿਆਂ ਦੇ ਵਾਸਤੇ ਅੱਗੇ ਲੋਕੀ ਸਵਾਹ ਦੇ ਨਾਲ ਹੀ ਭਾਂਡੇ ਮਾਂਜ ਲੈਂਦੇ ਸੀ। ਅੱਜ ਕੌਣ ਕਿਸੇ ਨੂੰ ਸਵਾਹ ਦੇ ਨਾਲ ਭਾਂਡੇ ਮਾਂਜ ਨਹੀਂ ਮਾਂਜਦੇ। ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਬੰਦਾ ਵੀ ਇਹ ਤੋਂ ਵਧੀਆ ਹੋਰ ਚੀਜ਼ ਵਧੀਆ ਆ ਜਾਏ, ਵੀ ਭਾਂਡਾ ਚੰਗਾ ਲੱਗਣਾ ਚਾਹੀਦਾ। ਬਾਹਰੋਂ ਤਾਂ ਬੜਾ ਭਾਂਡਾ ਸਾਫ਼ ਕੀਤਾ ਹੈ। ਜਿੱਦਾਂ ਉਦਾਹਰਨ ਦਿੱਤੇ ਨਾ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਵੀ ਕਹਿੰਦੇ ਉਜਲ ਕੇਹਾ ਚਲਕਣਾ, ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ 100 ਧੋਵਾਂ ਤੇ। ਬਾਹਰ ਧੋਣ ਦੇ ਨਾਲ ਕੁਛ ਵੀ ਨਹੀਂ ਪ੍ਰਾਪਤ ਹੋਣਾ। ਕਹਿੰਦੇ ਕਾਇਆ ਮਾਂਜਸ ਕੌਣ ਗੁਣਾ, ਇਹ ਸਰੀਰ ਨੂੰ ਮਾਂਜਣ ਨਾਲ ਕੋਈ ਨਹੀਂ ਹੋਣਾ। ਜਹ ਘਟ ਭੀਤਰ ਹੈ ਮਲਣਾ, ਅੰਦਰ ਤਾਂ ਤੇਰੇ ਅੰਦਰ ਭੀਤਰ ਮੈਲ ਭਰੀ ਪਈ ਹੈ। ਕਾਇਆ ਮਾਂਜਸ ਕਿਆ ਗੁਣਾ, ਬਾਹਰ ਮਾਂਜਣ ਦੇ ਨਾਲ, ਸਰੀਰ ਮਾਂਜਣ ਦੇ ਨਾਲ ਤੈਨੂੰ ਪ੍ਰਾਪਤੀ ਨਹੀਂ ਹੋਣੀ। ਇੱਦਾਂ ਰੱਬ ਤੈਨੂੰ ਨਹੀਂ ਮਿਲੇਗਾ ਜਿੰਨੇ ਤੱਕਰ ਤੂੰ ਦਿਲੋਂ ਪ੍ਰਮਾਤਮਾ ਅਕਾਲ ਪੁਰਖ ਨੂੰ ਯਾਦ ਨਹੀਂ ਕਰਦਾ। ਤੇ ਸਤਿਗੁਰੂ ਕਹਿੰਦੇ ਇਹਦਾ ਫਿਰ ਕਾਰਨ ਕੀ ਹੋਇਆ, ਇਹਦੇ ਨੁਕਸਾਨ ਕੀ ਹੋਏ। ਕਹਿੰਦੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਹੁਣ ਜਿਹੜੇ ਜਵਾਰੀ ਹੁੰਦੇ ਨੇ ਉਹਨਾਂ ਵਿੱਚ ਪ੍ਰਮੁੱਖ 2 ਔਗਣ ਤਾਂ ਪ੍ਰਮੁੱਖ ਹੁੰਦੇ ਆ। ਇੱਕ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਹਾਰ ਜਾਣਾ ਹੈ, ਹਾਰਨਾ ਹੈ, ਪਰ ਫਿਰ ਵੀ ਲੱਗੇ ਰਹਿੰਦੇ ਆ। ਉਹ ਫਿਰ ਵੀ ਲੱਗੇ ਰਹਿੰਦੇ ਆ, ਜੂਆ ਖੇਡਣ ਤੋਂ ਹਟਦੇ ਨਹੀਂ ਹੈ ਕਿ ਮੈਂ ਦੂਜੇ ਨੂੰ ਹਰਾ ਦਿਆਂਗਾ। ਇਹੀ ਕੰਮ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਦੀ ਨਿਕਲ ਜਾਂਦੀ ਹੈ। ਹਾਰਦਾ ਵੀ ਹੈ, ਫੇਰ ਖੇਡਦਾ ਪਿਆ। ਚਲੋ ਇਹ ਤਾਂ ਕੋਈ ਪੈਸੇ ਹਾਰ ਜਾਏ ਬੰਦਾ ਤੇ ਕਦੇ ਸਮੱਤ ਆ ਜਾਏ, ਬੰਦਾ ਸਹੀ ਰਸਤੇ ਪੈ ਜਾਏ, ਰਿਕਵਰੀ ਹੋ ਜਾਂਦੀ ਹੈ, ਬੰਦਾ ਕਮਾ ਲਏਗਾ ਪੈਸੇ। ਪਰ ਜੇ ਇਹ ਜਨਮ ਹਾਰ ਗਏ ਨਾ, ਫਿਰ ਦੁਬਾਰਾ ਨਹੀਂ ਪ੍ਰਾਪਤ ਹੋਣਾ। ਕਹਿੰਦੇ ਜੂਏ ਜਨਮ ਜੂਏ ਹਾਰਿਆ, ਸਾਰਾ ਜਨਮ ਹੀ ਜੂਏ ਦੇ ਵਿੱਚ ਹਾਰ ਦਿੱਤਾ। ਸਤਿਗੁਰ ਕਹਿੰਦੇ ਹੈ ਹੀ ਸੰਸਾਰ ਜਵਾਰੀ ਹੈ। ਸਤਿਗੁਰ ਦੇ ਬਚਨ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਲਿਸਟ ਬੜੀ ਹੈ, ਮੰਗਣ ਦੀ ਲਿਸਟ ਬਹੁਤ ਲੰਬੀ ਹੈ, ਪਰ ਕਿਤੇ ਨਹੀਂ ਲਿਖਿਆ ਕਿ ਸਤਿਗੁਰੂ ਮੈਨੂੰ ਨਾਮ ਦੀ ਦਾਤ ਵੀ ਦੇ। ਭਾਗਾਂ ਵਾਲੇ ਆ ਜਿਹੜੇ ਇਹ ਮੰਗਦੇ ਆ। ਹਾਰਦਾ ਫਿਰ ਜਿੱਤਦਾ, ਫਿਰ ਹਾਰਦਾ ਫਿਰ ਜਿੱਤਦਾ, ਫਿਰ ਆ ਜਾਂਦਾ, ਫਿਰ ਮੰਗਦਾ। ਐਸਾ ਜਗ ਦੇਖਿਆ ਜਵਾਰੀ। ਕਹਿੰਦੇ ਇਹ ਜੂਏ ਦੀ ਬਾਜੀ ਦੇ ਵਿੱਚ ਮਨੁੱਖ ਹਾਰ ਗਿਆ। ਸਤਿਗੁਰੂ ਮਹਾਰਾਜ ਨੇ ਸਾਨੂੰ ਸੋਚਣ ਦਾ ਸਮਾਂ ਦਿੱਤਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਬੰਦਿਆ ਤੂੰ ਕੀ ਹੈ, ਇੱਥੋਂ ਤਾਂ ਹਾਰ ਕੇ ਚਲੇ ਗਏ। ਲੰਕਾ ਗੜ੍ਹ ਸੋਨੇ ਕਿਆ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਦਾਹਰਨ ਇਸੇ ਕਰਕੇ ਬਾਣੀ ਸਮਝਾ ਰਹੀ ਹੈ ਵੀ ਦੇਖੋ ਭਾਈ ਉਹਨੂੰ ਕੀ ਪ੍ਰਾਪਤ ਹੋ ਗਿਆ। ਗੁਰੂ ਸਾਹਿਬ ਉਹਦੀ ਪੰਕਤੀ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਚੱਲੇ ਜਵਾਰੀ ਦੋਏ ਹੱਥ ਝਾੜ, ਦੋਨੇ ਹੱਥ ਝਾੜ ਕੇ ਚਲੇ ਜਾਂਦੇ ਸੰਸਾਰ। ਇੱਕ ਕਿਉਂਕਿ ਬੰਦਾ ਇਸ ਕਰਕੇ ਬਾਹਰਲਾ ਭੇਖ ਧਾਰਨ ਕਰਦਾ ਕਿ ਮੇਰੀਆਂ ਕਿਰਿਆਵਾਂ ਨੂੰ ਦੇਖ ਕੇ ਲੋਕੀ ਭੁਲੇਖੇ ਵਿੱਚ ਪੈ ਜਾਣ। ਪਰ ਜੀਵਨ ਜਿੰਨੇ ਤੱਕ ਨਹੀਂ ਘੜਿਆ ਉਹਨੇ ਤੱਕ ਲੋਕਾਂ ਨੂੰ ਕੋਈ ਫਰਕ ਨਹੀਂ ਪਏਗਾ, ਦੁਨੀਆ ਨੂੰ ਕੋਈ ਫਰਕ ਨਹੀਂ ਪਏਗਾ। ਭੁਲੇਖੇ ਦੇ ਵਿੱਚ ਲੋਕਾਂ ਨੂੰ ਰੱਖੇਗਾ, ਤੈਨੂੰ ਹੀ ਜੀਵਨ ਤੇਰਾ ਹੀ ਖਤਮ ਹੋ ਜਾਏਗਾ। ਜੂਏ ਜਨਮ ਹਾਰ ਜਾਏਗਾ। ਤਿਨੀ ਜਨਮ ਜੂਏ ਹਾਰਿਆ, ਉਹ ਸਾਰਾ ਜਨਮ ਵਿਅਰਥ ਚਲੇ ਜਾਏਗਾ। ਗੁਰੂ ਸਾਹਿਬ ਜੀ, ਗੁਰੂ ਅਮਰਦਾਸ ਜੀ ਜਿਹਨੂੰ ਸਿੱਖੀ ਦਾ ਧੂਰਾ ਕਿਹਾ, ਗੋਬਿੰਦਵਾਲ ਸਾਹਿਬ, ਉੱਥੇ ਹੁਣ ਕਈ ਲੋਕ ਸਨ ਜਿਸ ਵੇਲੇ ਸਿੱਖੀ ਦਾ ਪ੍ਰਚਾਰ ਹੋਇਆ, ਮਰਵਾਹੇ ਖੱਤਰੀ ਸਨ ਉੱਥੇ। ਹੁਣ ਸਿੱਖੀ ਦੇ ਪ੍ਰਚਾਰ ਨੂੰ ਤੇ ਉਹਦੀ ਬਹੁਤ ਤਾਦਾਦ ਦੇ ਵਿੱਚ ਲੋਕ ਸਨ ਤੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਸਨ, ਗੁਰੂ ਘਰ ਨੂੰ ਬੁਰਾ ਭਲਾ ਕਹਿੰਦੇ ਸਨ। ਇੱਕ ਦਿਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਆ ਕੇ ਆਖਿਆ, ਗੁਰੂ ਮਹਾਰਾਜ ਕਿਰਪਾ ਕਰੋ, ਤੁਸੀਂ ਵੀ ਕੁਝ ਕਹੋ। ਸਤਿਗੁਰੂ ਕਹਿੰਦੇ ਨਹੀਂ, ਫਿਰ ਸਾਡੇ ਵਿੱਚ ਤੇ ਫਰਕ ਕੀ ਰਹੇਗਾ, ਜੋ ਕਹਿੰਦੇ ਕਹਿਣ ਦਿਓ। ਸਿੱਖਾਂ ਨੇ ਆਖਿਆ, ਗੁਰੂ ਸਾਹਿਬ ਮਹਾਰਾਜ ਇਹਦਾ ਕੂੜ ਕਵਾੜ ਬੋਲਦੇ ਪਏ ਆ, ਤੁਸੀਂ ਕੁਛ ਕਹੋ। ਕਿਉਂਕਿ ਜਿਹੜਾ ਮਨਮੁਖ ਹੈ ਨਾ, ਸਤਿਗੁਰੂ ਜੀ ਕਹਿੰਦੇ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ।
ਜਿਹੜਾ ਮਨਮੁਖ ਹੈ ਨਾ, ਉਹ ਸਿਰਫ ਕਥਨੀ ਮੇਰੇ ਵਰਗਾ ਕਥਨ ਕਰ ਰਿਹਾ, ਪਰ ਰਹਿਤ ਕੋਈ ਨਹੀਂ ਹੈ ਜੀਵਨ ਵਿੱਚ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਕਿਉਂਕਿ ਜਾਣਨਹਾਰ ਪ੍ਰਭੂ ਪ੍ਰਵੀਨ, ਬਾਰ ਭੇਖ ਨਾ ਕਾਹੂ ਪੀਣ। ਕਹਿੰਦੇ ਕਰਨ ਦਿਓ। ਫਿਰ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਜੀ ਕੁਛ ਕਰੋ। ਕਹਿੰਦੇ ਵੀ ਠੀਕ ਹੈ। ਸਤਿਗੁਰੂ ਜੀ ਨੇ ਐਲਾਨ ਕੀਤਾ, ਵੈਸੇ ਵੀ ਮਰਜ਼ਾਦਾ ਸੀ ਪਹਿਲੇ ਪੰਗਤ ਪਾਸ਼ੇ ਸੰਗਤ। ਸਤਿਗੁਰੂ ਨੇ ਐਲਾਨ ਕੀਤਾ ਵੀ ਜਿਹੜਾ ਲੰਗਰ ਦੇ ਵਿੱਚ ਪ੍ਰਸ਼ਾਦਾ ਬੈਠ ਕੇ ਛਕੇਗਾ, ਕਿਉਂਕਿ ਉਹ ਪ੍ਰਚਾਰ ਕਰ ਰਹੇ ਆ ਕਿ ਇਹ ਤਾਂ ਸਾਰਿਆਂ ਨੂੰ ਇਕੱਠਾ ਬਿਠਾਈ ਜਾਂਦੇ, ਇਹ ਤਾਂ ਗਰੀਬ ਅਮੀਰ ਦਾ ਫਰਕ ਹੀ ਨਹੀਂ ਰੱਖ ਰਹੇ। ਜੋ ਸਤਿਗੁਰੂ ਨੇ ਬਹੁਤ ਵੱਡੀ ਸੱਟ ਮਾਰੀ ਉਸ ਸੋਚ ਦੇ ਉੱਪਰ, ਜਿਹੜੇ ਲੋਕ ਗਰੀਬਾਂ ਨੂੰ ਆਪਣੇ ਨਾਲ ਨਹੀਂ ਬਿਠਾਉਂਦੇ ਸਨ। ਇਹ ਤਾਂ ਮੜੀਆਂ ਨੂੰ ਨਹੀਂ ਪੂਜਦੇ, ਇਹ ਤਾਂ ਕਬਰਾਂ ਨੂੰ ਨਹੀਂ ਪੂਜਦੇ, ਬਹੁਤ ਕੁਝ ਪ੍ਰਚਾਰ ਕੀਤਾ ਗਿਆ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਜੇ ਲੰਗਰ ਵਿੱਚ ਨਹੀਂ ਬੈਠਦੇ ਨਾ, ਤੇ ਇੱਕ ਦਿਨ ਆਏਗਾ ਤਾਂ ਉਹ ਵੀ ਲੰਗਰ ਵਿੱਚ ਆਉਣਗੇ। ਸਤਿਗੁਰੂ ਜੀ ਨੇ ਐਲਾਨ ਕੀਤਾ ਵੀ ਜਿਹੜਾ ਕੱਲ੍ਹ ਤੋਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ, ਉਹਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਜਾਏ। ਦਿੱਤੀ ਗਈ, ਫਿਰ ਵੀ ਨਹੀਂ ਕੋਈ ਆਇਆ, ਉਹਨਾਂ ਦੇ ਵਿੱਚੋਂ ਕੋਈ ਨਹੀਂ ਆਇਆ। 2 ਕਰ ਦਿੱਤੀਆਂ, 3 ਕਰ ਦਿੱਤੀਆਂ, 4 ਕਰ ਦਿੱਤੀਆਂ, ਜਦੋਂ 5 ਕਰ ਦਿੱਤੀਆਂ ਨਾ, ਤੇ ਹੁਣ ਜਿਹੜਾ ਤਪਾ ਸੀ ਨਾ, ਜਿਹੜਾ ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ, ਉਹਨੇ ਸੋਚਿਆ ਵੀ ਮੈਂ ਗਿਆ ਲੋਕਾਂ ਨੇ ਪਹਿਚਾਣ ਲੈਣਾ। ਉਹਨੇ ਕੀ ਕੀਤਾ, ਆਪਣੇ ਪੁੱਤਰ ਨੂੰ ਗੁਰਦੁਆਰਾ ਸਾਹਿਬ ਦੀ, ਗੁਰੂ ਘਰ ਦੀ ਕੰਧ ਟਪਾ ਦਿੱਤੀ। ਹੁਣ ਇੱਧਰੋਂ ਤਾਂ ਪੁੱਤਰ ਨੂੰ ਮੋਢਾ ਲਾ ਕੇ ਚੜਾ ਦਿੱਤਾ, ਪਰ ਇਹ ਨਹੀਂ ਪਤਾ ਵੀ ਉੱਧਰ ਉਤਾਰੇਗਾ ਕੌਣ ਕੰਧ ਤੋਂ। ਉਹ ਜਦੋਂ ਚੜ੍ਹ ਗਿਆ, ਜਦੋਂ ਦੂਸਰੇ ਪਾਸੇ ਗਿਆ ਤੇ ਡਿੱਗ ਪਿਆ, ਲੱਤ ਟੁੱਟ ਗਈ। ਸਾਰੀਆਂ ਸੰਗਤ ਇਕੱਠੀ ਹੋ ਗਈ, ਕਹਿੰਦੇ ਕੌਣ ਆ ਭਾਈ? ਉਹਨੇ ਦੱਸਿਆ ਵੀ ਤਪੇ ਦਾ ਮੁੰਡਾ ਹਾਂ। ਗੁਰੂ ਮਹਾਰਾਜ ਕਹਿੰਦੇ ਦੇਖ ਲਓ ਭਾਈ, ਪੂਰਾ ਸ਼ਬਦ ਹੈ, ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾ ਲਿਆ। ਵੀ ਉਹਨੇ ਫਿਰ ਆਪਣੇ ਪੁੱਤਰ, ਪੂਰਾ ਗੁਰੂ ਸਾਹਿਬ ਨੇ ਵਾਕਿਆ ਗੁਰਬਾਣੀ ਦੇ ਵਿੱਚ ਲਿਖਿਆ। ਸਾਹਿਬ ਕਹਿੰਦੇ ਇਹ ਲੋਕੀ ਜਿਹੜੇ ਸਿਰਫ ਬਾਹਰਲਾ ਦਿਖਾਵਾ ਜਿਹੜਾ ਸੀ ਉਹਦੇ ਉੱਪਰ ਜੀਵਨ ਕਮਾ ਰਹੇ ਆ। ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹਨਾਂ ਨੇ ਆਪਣਾ ਜਨਮ ਹੀ ਵਿਅਰਥ ਗਵਾ ਲਿਆ। ਸਾਹਿਬ ਕਹਿੰਦੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਕਿਉਂਕਿ ਰੋਗ ਲੱਗਦਾ ਹੈ, ਮੈਲ ਜਿੱਥੇ ਹੈ ਨਾ ਉੱਥੇ ਰੋਗ ਵੀ ਲੱਗ ਜਾਂਦਾ। ਪਰ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ, ਕਹਿੰਦੇ ਕਿਹੜਾ ਰੋਗ ਲੱਗਾ? ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਤ੍ਰਿਸ਼ਨਾ ਦਾ ਰੋਗ ਲੱਗ ਗਿਆ। ਤ੍ਰਿਸ਼ਨਾ ਨੂੰ ਅੱਗ ਕਿਹਾ ਬਾਣੀ ਦੇ ਵਿੱਚ। ਹੁਣ ਇਹ ਤਾਂ ਬੰਦੇ ਨੂੰ ਅਕਲ ਹੈ ਵੀ ਅੱਗ ਲੱਗ ਜਾਏ ਪਾਣੀ ਨਾਲ ਬੁਝਾਈ ਜਾਂਦੀ ਹੈ, ਪਰ ਜਿਹੜੀ ਅੰਦਰ ਅੱਗ ਲੱਗੀ ਹੈ, ਹੁਣ ਕੋਈ ਬਾਹਰ ਅੱਗ ਲੱਗੀ ਆ ਜਿਹੜੀ, ਉਹਦੇ ਵਿੱਚ ਕੋਈ ਬਾਲਣ ਪਾਵੇ, ਕੋਈ ਪਾਏਗਾ ਬਾਲਣ? ਬਾਲਣ ਨੂੰ ਚੁੱਕਿਆ ਜਾਂਦਾ ਵੀ ਕਿਤੇ ਇਹਨੂੰ ਅੱਗ ਨਾ ਲੱਗ ਜੇ, ਅੱਗ ਵੱਧ ਨਾ ਜਾਏ, ਬਾਲਣ ਚੁੱਕ ਲੈਂਦੇ ਆ। ਪਰ ਇਹ ਤੋਂ ਉਲਟ ਅੰਦਰ ਮਨੁੱਖ ਕੰਮ ਕਰ ਰਿਹਾ, ਬਾਲਣ ਪਾ ਰਿਹਾ, ਹੋਰ ਬਾਲਣ ਪਾ ਰਿਹਾ, ਹੋਰ ਅੱਗ ਅੰਦਰ ਜਿਹੜੀ ਹੈ। ਸਹਿਸ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਉਹਨੂੰ ਹੋਰ ਬਾਲਣ ਦਾ ਯਤਨ ਕਰੀ ਜਾ ਰਿਹਾ, ਹੋਰ ਅੱਗ ਬਾਲ ਰਿਹਾ, ਚੰਗੀ ਤਰ੍ਹਾਂ ਬਾਲ ਰਿਹਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਫਿਰ ਇਹਨੇ ਕੀ ਕੀਤਾ? ਇਹਨੇ ਮੌਤ ਭੁਲਾ ਦਿੱਤੀ, ਪਰਮੇਸ਼ਰ ਭੁਲਾ ਦਿੱਤਾ। ਮਰਨ ਮਨੋਂ ਵਿਸਾਰਿਆ, ਮੌਤ ਹੀ ਭੁਲਾ ਦਿੱਤੀ। ਮੌਤ ਭੁੱਲ ਗਈ, ਰੱਬ ਭੁੱਲ ਗਈ। ਸਭ ਕਹਿੰਦੇ ਭਾਈ ਇਹਨੂੰ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ। ਤੇ ਅੱਗ ਤਾਂ ਪਾਣੀ ਨਾਲ ਬੁਝੇਗੀ ਨਾ, ਬਾਲਣ ਪਾਉਣ ਦੇ ਨਾਲ ਤਾਂ ਹੋਰ ਮਚੇਗੀ, ਅੱਗ ਹੋਰ ਮਚ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਇਹਨੂੰ ਤ੍ਰਿਸ਼ਨਾ ਦੀ ਰੋਗ ਲੱਗ ਗਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰ। ਆਪਾਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਅਸੀਂ ਤਾਂ ਮਹੀਨੇ 2 ਮਹੀਨੇ ਦਾ ਰਾਸ਼ਨ ਪਾ ਕੇ ਵੀ ਸੰਤੁਸ਼ਟ ਨਹੀਂ ਹਾਂ। ਉਹਨਾਂ ਨੇ ਕੀ ਮੰਗਿਆ? ਅੱਧਾ ਕਿਲੋ ਦਾਲ, ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੋ ਚੌਪਾਈ ਸਰਾਣਾ
ਤੁਸੀਂ ਅਰਦਾਸ ਕੀਤੀ ਕਦੇ ਸਿਰਹਾਣਾ ਦੇ ਦਿਓ ਵਾਹਿਗੁਰੂ ਜੀ, ਮੈਨੂੰ ਤਲਾਈ ਦੇ ਦਿਓ, ਰਜਾਈ ਦੇ ਦਿਓ, ਮੰਜੀ ਦੇ ਦਿਓ। ਉਹਨਾਂ ਨੇ ਇਹੀ ਕੁਝ ਮੰਗ ਲਿਆ, ਕਿਉਂਕਿ ਜ਼ਰੂਰਤ ਜਿਹੜੀ ਸੀ, ਚੀਜ਼ਾਂ ਜਿਹੜੀਆਂ ਉਹੀ ਚੀਜ਼ਾਂ ਮੰਗੀਆਂ। ਕਹਿੰਦੇ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ। ਫਿਰ ਅੱਗੇ ਬਖਸ਼ਿਸ਼ ਕਰਦੇ ਇਸੇ ਸ਼ਬਦ ਵਿੱਚ ਕਿ ਹੇ ਸਤਿਗੁਰ ਮਹਾਰਾਜ, ਜੇ ਤੂੰ ਨਹੀਂ ਦੇਂਗਾ ਤਾਂ ਮੈਂ ਮੰਗਣਾ। ਹੋ ਮੰਗੋ ਸੰਤਨ ਰੇਣਾ ਮੈਂ ਨਾਹੀਂ ਕਿਸੇ ਕਾ ਦੇਣਾ। ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਬਖਤ ਜਵਾਲੇ। ਫਿਰ ਭਗਤ ਧੰਨਾ ਜੀ ਵੀ ਕਹਿੰਦੇ ਆ, ਗੋਪਾਲ ਤੇਰਾ ਆਰਤਾ, ਆਰਤਾ ਕਹਿੰਦੇ ਮੰਗਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਕੀ ਮੰਗਿਆ? ਦਾਲ ਸਿੱਧਾ ਆਟਾ, ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਣੀਆਂ ਚੱਪਲਾਂ ਮੰਗੀਆਂ, ਪਣੀਆਂ ਸਾਧਨ ਅਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਣ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਸਾਰਾ ਕੁਝ ਮੰਗਿਆ, ਪਰ ਜ਼ਰੂਰਤ ਵਾਸਤੇ ਮੰਗਿਆ। ਪਰ ਬੰਦੇ ਦੀਆਂ ਜ਼ਰੂਰਤਾਂ, ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਲੋੜ ਦੀ ਸੀਮਾ ਹੈ, ਲੋਭ ਦੀ ਸੀਮਾ ਕੋਈ ਨਹੀਂ ਹੈ। ਬੰਦੇ ਜਿਹੜਾ 2 ਰੋਟੀਆਂ ਖਾਂਦਾ 4 ਖਾ ਲਏਗਾ, 4 ਵਾਲਾ 8 ਖਾ ਲਏਗਾ, 10 ਰੋਟੀਆਂ ਖਾ ਲਏਗਾ। ਲੋੜ ਦੀ ਸੀਮਾ ਹੈ, ਪਰ ਲੋਭ ਦੀ ਸੀਮਾ ਨਹੀਂ ਹੈ। ਕਹਿੰਦੇ ਲੋਭੀ ਜੰਤ ਨਾ ਜਾਣੀ, ਭੱਖ ਅਪੱਖ ਸਭ ਖਾਏ। ਕਿੰਨਾ ਕੁਛ ਖਾਈ ਜਾ ਰਿਹਾ ਬੰਦਾ। ਆ ਤੁਸੀਂ ਦੇਖੋ, ਜਿਸ ਵੇਲੇ ਆਪਾਂ ਟੀਵੀ ਦੇ ਵਿੱਚ ਦੇਖਦੇ ਹਾਂ, ਪਤਾ ਨਹੀਂ ਕਿਹੜੇ ਕਿਹੜੇ ਸੱਪ ਵੀ ਖਾਈ ਜਾਂਦਾ ਹੈ, ਬਹੁਤ ਕੁਝ ਖਾ ਰਿਹਾ। ਜਿਹੜੀਆਂ ਚੀਜ਼ਾਂ ਵਰਜਿਤ ਆ ਉਹ ਵੀ ਖਾਈ ਜਾਂਦਾ ਹੈ, ਸਭ ਕੁਝ ਖਾ ਰਿਹਾ ਹੈ। ਸਾਹਿਬ ਜੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ। ਕਿਉਂਕਿ ਤ੍ਰਿਸ਼ਨਾ ਹੈ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਰੱਬ ਹੀ ਭੁਲਾ ਦਿੱਤਾ, ਪਰਮੇਸ਼ਰ ਨੂੰ ਭੁਲਾ ਦਿੱਤਾ। ਕਿਉਂਕਿ ਸਤਿਗੁਰੂ, ਮੈਂ ਜਿੱਦਾਂ ਬੇਨਤੀ ਕੀਤੀ, ਸਤਿਗੁਰੂ ਸਾਡਾ ਜੀਵਨ ਘੜਦੇ ਆ ਵੀ ਇਹ ਕਿਤੇ ਭੁਲੇਖੇ ਦੇ ਵਿੱਚ ਨਾ ਰਹਿ ਜੇ, ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਇਹ ਭੁਲੇਖੇ ਦੇ ਵਿੱਚ ਆਪਣਾ ਜੀਵਨ ਨਾ ਬਤੀਤ ਕਰ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਇੱਕ ਚੋਰ ਸੀ ਤੇ ਉਹਨੇ ਸੋਚਿਆ ਵੀ ਬੜੀ ਮਹਿਮਾ ਹੋਈ, ਤੇ ਉਹਨੇ ਆਖਿਆ ਵੀ ਚਲੋ ਉੱਥੇ ਭੀੜ ਬੜੀ ਹੁੰਦੀ ਆ ਤੇ ਚੰਗਾ ਚੋਰੀ ਦਾ ਸਮਾਨ ਮਿਲ ਜਾਏਗਾ, ਚੋਰੀ ਕਰ ਲਾਂਗੇ ਤੇ ਕਾਫੀ ਸਮਾਂ ਅੱਛਾ ਨਿਕਲ ਜਾਏਗਾ। ਤੇ ਪਹੁੰਚ ਗਿਆ ਸਤਿਗੁਰੂ ਜੀ ਦੇ ਦਰਬਾਰ, ਕੀਰਤਪੁਰ ਸਾਹਿਬ ਗਿਆ। ਤੇ ਹੁਣ ਸੰਗਤ ਦੇਖਦਾ ਹੈ, ਲਾਈਨਾਂ ਲੱਗੀਆਂ ਹੋਈਆਂ, ਦਰਸ਼ਨ ਕਰਦਾ। ਤੇ ਮਨ ਦੇ ਵਿੱਚ ਇਹ ਵੀ ਹੈ ਕਿ ਇਹਨੂੰ ਕੀ ਪਤਾ ਲੱਗਣਾ, 5-6 ਸਾਲ ਦਾ ਬੱਚਾ ਹੈ, ਇਹਦਾ 5-6 ਸਾਲ ਦਾ ਬੱਚਾ ਹੈ, ਇਹਨੂੰ ਕੀ ਪਤਾ ਹੈ। ਮਨ ਵਿੱਚ ਇਹ ਹੈ। ਅੰਦਰ ਚਲਾ ਗਿਆ, ਹੁਣ ਲੋਕਾਂ ਨੂੰ ਦੇਖਦਾ ਹੈ ਕਿਹਦੇ ਕੋਲ ਕੀ ਸਮਾਨ ਹੈ, ਕਿੱਦਾਂ ਲੁੱਟਣਾ, ਕੀ ਕਰਨਾ ਹੈ, ਮਤਲਬ ਪੂਰਾ ਠੱਗ ਕੇ ਚੋਰੀਆਂ ਕਰਦੇ ਹੁੰਦੇ ਸਨ। ਕੀਰਤਨ ਹੋ ਰਿਹਾ ਸੀ, ਸਤਿਗੁਰੂ ਜੀ ਨੇ ਇਸ਼ਾਰਾ ਕੀਤਾ, ਕੀਰਤਨੀਆਂ ਨੂੰ ਕਹਿੰਦੇ ਕਿ ਰੁਕ ਜਾਓ। ਸਤਿਗੁਰੂ ਆਪ ਸ਼ਬਦ ਪੜ੍ਹਨ ਲੱਗੇ ਸਿੰਘਾਸਨ 'ਤੇ ਬੈਠੇ ਹੋਏ। ਸਤਿਗੁਰੂ ਕੀ ਪੜ੍ਹਿਆ? ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਹਾ ਚੰਗਾ ਕਿਉਂ ਹੋਏ। ਉਹਨੇ ਸੋਚਿਆ ਵੀ ਇਹ ਤਾਂ ਅੰਤਰਜਾਮੀ ਹੈ, ਤੇ ਉਹਨੇ ਫਿਰ ਮਨ ਦੇ ਵਿੱਚ ਅਰਦਾਸ ਕੀਤੀ ਬੈਠੇ, ਕਿਉਂਕਿ ਗੁਰੂ ਗੁਨਾਹ ਬਖਸ਼ ਦਿੰਦਾ ਜੇ ਆਪਾਂ ਦੱਸ ਦਈਏ। ਕਿਉਂਕਿ 2 ਚੀਜ਼ਾਂ ਹੁੰਦੀਆਂ ਹਨ, ਜੋ ਅਸੀਂ ਅੰਦਰੋਂ ਹਾਂ, ਜੇ ਅਸੀਂ ਬਖਸ਼ਾਉਣਾ ਆਪਣੇ ਆਪ ਨੂੰ ਤਾਂ ਫਿਰ ਅਸੀਂ ਕਹਿ ਦਈਏ ਕਿ ਸਤਿਗੁਰੂ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ। ਇਹ ਨਹੀਂ ਆਖਿਆ ਕਿ ਤੁਮਾਰੇ, ਤੇਤੇ ਔਗਣ ਹਮਾਰੇ, ਦਿਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਇਹ ਕੀ ਗੱਲ ਤਾਂ ਬਣੇਗੀ ਜਿਹੜੀ ਦਿਲ ਦੀ ਗੱਲ ਜ਼ੁਬਾਨ ਦੇ ਉੱਪਰ ਆ ਜਾਏ, ਤੇ ਜੋ ਜ਼ੁਬਾਨ ਵਿੱਚ ਉਹ ਦਿਲ ਵਿੱਚ ਆ ਜਾਏ, ਤਾਂ ਜੀਵਨ ਦੇ ਵਿੱਚ ਪ੍ਰਾਪਤੀ ਹੋਏਗੀ। ਜੋ ਅਸੀਂ ਜ਼ੁਬਾਨ ਦੇ ਵਿੱਚ ਤਾਂ ਬੜੇ ਮਿੱਠੇ ਹਾਂ, ਜ਼ੁਬਾਨ ਤੋਂ ਤਾਂ ਬੜੀ ਸੋਹਣੀ ਬਾਣੀ ਪੜ੍ਹ ਰਹੇ ਹਾਂ, ਪਰ ਉਹ ਅੰਦਰ ਨਹੀਂ ਜਾ ਰਹੀ। ਜੋ ਦਿਲ ਵਿੱਚ ਹੈ ਉਹ ਜ਼ੁਬਾਨ 'ਤੇ ਆ ਜਾਏ, ਜੋ ਜ਼ੁਬਾਨ ਦੇ ਵਿੱਚ ਹੈ ਦਿਲ ਵਿੱਚ ਆ ਜਾਏ, ਤੇ ਆਪਣੇ ਆਪ ਹੀ ਜੀਵਨ ਬਦਲ ਜਾਏ। ਸਤਿਗੁਰੂ ਜੀਵਨ ਨੂੰ ਪਵਿੱਤਰ ਕਰ ਦਿੰਦੇ ਆ। ਹੋਣਾ ਉਦੋਂ ਹੀ ਆ, ਪਵਿੱਤ ਹੋਏ ਸੇ ਜਣਾ ਜਿਨੀ ਹਰ ਤੇ ਆਇਆ। 2 ਚੀਜ਼ਾਂ ਮੈਂ ਫਿਰ ਬੇਨਤੀ ਕਰਦਾ, ਕਰਤਾਰ ਤੇ ਸ਼ਿੰਗਾਰ। ਸ਼ਿੰਗਾਰ ਬਾਜ਼ਾਰੋਂ ਮਿਲ ਜਾਣਾ, ਪਾ ਲੋਗੇ, ਲਗਾ ਲੋਗੇ, ਪਰ ਕਰਤਾਰ ਜਿਹੜਾ ਹੈ ਕਮਾਉਣਾ ਪਏਗਾ।
किरदार कमाना पैंदा है। शिंगार तो बथेरे मेरे वर्गे करी फिरदे आ, ते किरदार बनाउणा पैंदा है, ते गुरु किरपा करदा है भी वो जीवन घड़ दिंदा है। सब कहंदे ये तिसना वड्डा रोग लगा, बहुत वड्डा। बंदा हले अपनी फिक्र में जिद्दां बेनती कीती, कौन मंगदा कि सानू सतगुरु जी सराहना दे दिओ, सानू तलाई दे दिओ। खाट मांगो चौपाई, सराहना अवर तलाई। मंगिया भगतां ने, उन्होंने उही मंगिया जो जरूरत दीयां चीज़ां सन। अज साडे कोल बहुत कुछ है, असीं सोचते हैं भी सादियां 7 पीढ़ियां बैठ के खा जाण। एक गल मैं कई वेले सुनाई है, कहंदे एक सेठ सी ते उन्हें अपने मैनेजर नूं, दीवान जी नूं बुलाया, कहंदा दीवान जी अपने कोल हिसाब किताब लाओ भी अपनियां किन्नियां पीढ़ियां बह के खा सकदियां। उन्होंने सेठ जी थोड़ा समा दिओ 2-4 दिन का। वो बड़ी मेहनत करके बेचारे ने ਉਹਦਾ ਹਿਸਾਬ किताब इकट्ठा किया। सेठ जी ਵਧਾਈਆਂ ਹੋਣ ਤੁਹਾਨੂੰ बहुत। कहन लगे की होया, तुसीं हिसाब किताब लाया? कहन लगे सेठ जी ਤੁਹਾਡੇ ਕੋਲ ਇੰਨੀ दौलत है, वो 7 पीढ़ियां ਤੁਹਾਡੀਆਂ बैठ के खा ਸਕਦੀਆਂ। वो सेठ रोन लग गया। तो सेठ जी ਤੁਹਾਨੂੰ तो खुश होना चाहिए कि मेरे को इन्नी दौलत मैं छड्ड के जावांगा कि भी 7 पीढ़ियां खाणगियां, तुसीं रोंदे क्यों आ? कहंदा 8वीं की खाएगी। वो कहने लगा तेरे वर्गा बेवकूफ बंदा कोई नहीं देखिया दुनिया। बई जेडे पैदा होणगे वो काम नहीं करनगे, जेडे अगे पैदा होने अगली पीढ़ी आनी वो काम नहीं करनगे। ये तिसना वड्डा रोग लगा, वड्डा रोग है। मरण मनो विसारिया, रब भी भुल गया। अगे की फिक्र पई है भी जो है वो तो जीवन दे विच कमाना करो, भी जो है उन्होंने अपने ये नहीं कि आप फजूल खर्चियाँ करनिया, फजूल खर्चा करना। जो जीवन दे विच है, जिथे असीं विचर रहे हैं ਉਹਨੂੰ अपने जीवन दे विच, नहीं तो फिर कंजूसी कर करके सारा कुछ बंदा इकट्ठा करता है तो एक अद्धा बच्चा भैड़ा निकलदा, सारा ही कुछ बराबर कर दिंदा। तो सतगुरु महाराज सानू ये सिखाउण दा यतन करदे, भाई बहुत किरपा जीवन दे विच बनेगी जिदण सतगुरु दे कहण दे उपर सतगुरु दे मार्ग ते चलेगा। सब कहंदे भाई ये तिसना वड्डा रोग लगा, मरण बनो विसारिया, वेदां में नाम उत्तम सो सुने ना ही। इत्थे वेदां दा भाव कि 4 वेदां दी गल नहीं कीती, धार्मिक ग्रंथां दे विच, क्योंकि हरेक धार्मिक ग्रंथ जिहड़ा नाम दी महिमा करदा है। सब कहंदे वेदां में नाम उत्तम सो सुने ना ही, फिरे जिਉ बितालिया, कहे नानक जिन सच तजिया, कूड़े लागे तिनी जन्म जूए हारे। कि हे सतगुरु महाराज तू किरपा कर, क्योंकि कितना महान है मेरा सतगुरु, जे उन्होंने छड्ड देंगे तो जीवन तो बर्बाद हो जाएगा। कहे नानक जिन सच तजिया, क्योंकि बहुत महान है। हुण एक डॉक्टर है, कितनी मेहनत करता है, कितनी पढ़ाई करता, पर एक चीज़ का ही वो स्पैशल बन सकते। 5-7 साल ला के पढ़ाई करता है, 9-10 साल MD बनते, बहुत मेहनत करनी पैंदी है। पर जिहड़े इन्ने अंग बनाए है वो कितना बड़ा होएगा। अज कहते वो बहुत बड़ा डॉक्टर है, पर एक कोई अखां का डॉक्टर है, दंदां का डॉक्टर है, ये हार्ट का डॉक्टर है। एक डॉक्टर एक उपर उन्होंने किन्नी मेहनत की है, पर जिहड़े इन्ने अंग बनाए वो कितना बड़ा होएगा। जिन्होंने सतगुरु आप ही कहते मेरा वैद गुरु गोबिंदा, वो बहुत बड़ा डॉक्टर है, बहुत बड़ा, जिन्हें इन्ना कुछ सतगुरु कहते बनाया है। तो जदों उन्होंने जपेगा प्रभ के सिमरन मन की मल जाए, अंदरों मैल खत्म हो जाएगी। तो गुरु साहब कहते कहे नानक जिन सच तजै, जिन इत्थे सिखां की गल नहीं की, कोई भी हो सकता, हिंदू मुसलमान है, सिख ईसाई कोई भी हो सकता है। जिन सच तजिया कूड़े लागे, झूठ विच लागे तेनी जन्म जूए हारे। उन्होंने अपना सारा जन्म ही जूए विच हार गया। फिर बेनती कर रहे हैं, जूए विच कई बंदे हार जाते, अकल आ जाती है, रिकवरी भी हो जाती है, फिर पैसा कमाउण लग जाते हैं। पर जे जन्म ये हार गए ना, ये नहीं मिलना दोबारा। बहुत जन्म विसरे थे माधो, ये जन्म तुम्हारे लेखे, ये जन्म दोबारा नहीं, ये नहीं मिलना। अवतर आए कहाँ तुम कीना, राम को नाम ना कबू लेना। तो की होना चाहिए? गुरु साहब कहते जियो निर्मल बाहरों निर्मल। कल अगे आप विचार करांगे। इन्नियां बेनतियां प्रवान करनियां होईयां, अणगिणत भुलां नूं बख्शदियां होइयां बुलाओ फतेह। सारे आखो जी वाहिगुरू जी का खालसा वाहिगुरू जी की फतेह।